एजुकेशन नॉलेज तुहाडा स्वागत है जी। तो देखो अज जी आप अपडेट लैके आए हैं। तो पहला आप गल करांगे जी तुहाडी ETT 2364 बारे। तो फिर आप जी अपडेट देवांगे जो तुहाडा देखो 5994 के पोर्टल बारे। देखो 2364 जी तुहानूं जिवें कि पता है तुहाडी 23 तरीक नूं हेयरिंग हैगी है। तो देखो जी 23 तरीक नूं बहाल हो सकती है नहीं हो सकती, जोड़ा तुसीं क्लिप दे विच देख सकते हो। जिहड़े तुहाडे प्रधान साहब लाइव होकर जिहड़ा उन्होंने गलबात की है, तुहानूं जिहड़ी छोटी जी आपां क्लिप दिखाउने आ तां तुसीं देख सकते हो। सत्कारयोग ET टैट पास अध्यापक साथियों सारिਆਂ ਨੂੰ सत श्री अकाल। साथियों जी सब तो पहला सारे साथियों ਨੂੰ सत श्री अकाल। वाहिगुरू जी का खालसा श्री वाहिगुरू जी की फतेह। सो साथियों ਤੁਹਾਨੂੰ पता ही है कि ਆਪਾਂ सारे बेरोजगार साथी काफ़ी लंबे समय तो आप संघर्ष कर रहे हैं। सरकारों ਦੀਆਂ ਨਲਾਇਕੀਆਂ करके कुछ साथी ओवरेज भी हो चुके ने, कुछ साथी 635 ਦੇ ਵਿੱਚ ਵੀ ਵੇਟ ਵੀ ਕਰ ਰਹੇ ਨੇ, ਕੋਈ ਸਾਥੀ ਆਪਣੇ ਨਵੀਂ ਭਰਤੀ ਦੀ ਵੇਟ ਕਰ ਰਹੇ ਨੇ ਤੇ ਕੋਈ ਸਾਥੀ ਜਿਹੜੇ ਆ 2364 ਦੇ ਵਿੱਚ ਸਿਲੈਕਟ ਨੇ, ਜਿਹੜੀ ਭਰਤੀ ਸਟਕ ਡਾਊਨ ਹੋਈ ਹੈ ਤਾਂ ਉਸ ਨੂੰ ਬਹਾਲ ਹੋਣ ਦੀ ਜਿਹੜੀ ਉਹ ਵੇਟ ਕਰ ਰਹੇ ਨੇ। ਸੋ ਇਹਨਾਂ ਗੱਲਾਂ ਨੂੰ ਲੈ ਕੇ ਸਾਥੀਓ ਅੱਜ ਆਪਾਂ ਲਾਈਵ ਹੋਏ ਆ। ਸੋ ਆਪਾਂ ਨੂੰ ਹਮੇਸ਼ਾ ਵਾਸਤੇ ਸਰਗਰਮ ਜਿਹੜਾ ਹੈ ਉਹ ਰਹਿਣਾ ਪਊਗਾ, ਚਾਹੇ ਕੋਈ ਅਕਾਲੀ ਸਰਕਾਰ ਸੀ, ਚਾਹੇ ਉਹ ਕਾਂਗਰਸ ਸਰਕਾਰ ਹੈ, ਚਾਹੇ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ। ਸੋ ਇਸ ਲਈ ਸੰਘਰਸ਼ ਕਰਨਾ ਤਾਂ ਆਪਣੀ ਜ਼ਿੰਦਗੀ ਹੈ। ਜੇਕਰ ਆਪਾਂ ਘਰਾਂ ਦੇ ਵਿੱਚ ਬੈਠ ਜਾਵਾਂਗੇ ਸਾਥੀਓ ਤਾਂ ਆਪਾਂ ਜਿਹੜੀਆਂ ਆਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਪੂਰਾ ਨਹੀਂ ਕਰ ਸਕਾਂਗੇ। ਤਾਂ ਸਾਥੀਓ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ ਕਿ ਆਪਾਂ ਕੱਲ੍ਹ ਦਾ ਪ੍ਰੋਟੈਸਟ ਜਿਹੜਾ ਹੈ ਐਜੂਕੇਸ਼ਨ ਬੋਰਡ ਮੋਹਾਲੀ 8 ਫੇਸ ਉਹ ਲਿਖਿਆ ਹੈ। ਸੋ ਸਾਰੇ ਸਾਥੀ ਉੱਥੇ ਇਕੱਠੇ ਹੋਣਾ ਹੈ। ਸਭ ਤੋਂ ਪਹਿਲਾਂ ਗੁਰੂ ਘਰ ਮੋਹਾਲੀ ਅੰਬ ਸਾਹਿਬ ਉੱਥੇ ਇਕੱਠੇ ਹੋ ਕੇ ਸਾਹਮਣੇ ਜੋ ਬਿਲਕੁਲ ਪਲਾਟ ਖਾਲੀ ਹੈ ਉੱਥੇ ਸਾਰੇ ਇਕੱਤਰ ਹੋ ਕੇ ਉੱਥੋਂ ਆਪਾਂ ਸਾਰਿਆਂ ਨੇ ਸਰਕਾਰ ਦਾ ਡਿਪਾਰਟਮੈਂਟ ਦਾ ਵਿਰੋਧ ਕਰਦੇ ਹੋਏ ਤਾਂ ਆਪਾਂ ਐਜੂਕੇਸ਼ਨ ਬੋਰਡ ਦੇ ਬਾਹਰ ਜਿਹੜਾ ਹੈ ਉਹ ਧਰਨਾ ਜਿਹੜਾ ਉਹ ਲਗਾਵਾਂਗੇ। ਕਿਉਂਕਿ ਸਾਥੀਓ ਮੈਂ ਸਭ ਤੋਂ ਪਹਿਲਾਂ ਤਾਂ ਦੱਸ ਰਿਹਾ ਕਿ ਕੋਈ ਸਾਥੀ ਕਹਿਣਗੇ ਕਿ ਅਸੀਂ ਥੋੜ੍ਹਾ ਜਿਹਾ ਲਾਈਵ ਦੇਖਿਆ, ਬਾਕੀ ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਚੱਲਿਆ ਤੁਸੀਂ ਕੀ ਕੁਛ ਕਿਹਾ। ਸੋ ਮੈਂ ਕਹਿਣਾ ਚਾਹੁੰਦਾ ਕਿ ਕੱਲ੍ਹ 7 ਤਰੀਕ ਦਾ 2364 ਸਾਥੀਆਂ ਨੇ ਸੁਰਿੰਦਰਪਾਲ ਨਾਲ ਜਿਹੜਾ ਪ੍ਰੋਟੈਸਟ ਕਰਿਆ ਸੀਗਾ। ਸੋ ਵਧੀਆ, ਅਸੀਂ ਤਾਂ ਚਾਹੁੰਦੇ ਹਾਂ ਵੀ ਭਰਤੀ ਜਿਹੜੀ ਉਹ ਬਹਾਲ ਹੋਵੇ। ਯੂਨੀਅਨ ਵੱਲੋਂ ਸ਼ੁਰੂਆਤ ਤੋਂ ਲੈ ਕੇ ਜਦੋਂ 2364 ਭਰਤੀ ਆਈ ਸੀ ਉਦੋਂ ਦੀ ਆਪਦੀ ਮੰਗ ਜਿਹੜੀ ਉਹ ਨਾਲ ਹੀ ਹੈ। ਸੋ ਅਜੇ ਵੀ ਜਿਹੜੀ ਯੂਨੀਅਨ ਦੇ ਵੱਲੋਂ ਮੰਗ ਰੱਖੀ ਗਈ ਹੈ ਕਿ 2364 ਦਾ ਐਫੀਡੇਵਿਟ ਦੇ ਕੇ ਕੋਰਟ ਦੇ ਵਿੱਚ ਉਸ ਭਰਤੀ ਨੂੰ ਜਲਦੀ ਜਿਹੜਾ ਉਹ ਬਹਾਲ ਕੀਤਾ ਜਾਵੇ। ਸੋ ਸਾਰੇ ਸਾਥੀਆਂ ਦੇ ਜਿਹੜਾ ਉਹ ਨਾਲ ਖੜੇ ਆ, ਘਬਰਾਉਣ ਦੀ ਲੋੜ ਨਹੀਂ। 2364 ਵੀ ਜਿਹੜੀ ਉਹ ਬਹਾਲ ਕਰਵਾਵਾਂਗੇ ਔਰ 994 ਦਾ ਪੋਰਟਲ ਵੀ ਜਿਹੜਾ ਓਪਨ ਕਰਵਾਵਾਂਗੇ। ਸਾਥੀਓ ਅੱਜ ਆਪਾਂ ਗੱਲ ਕਰਾਂਗੇ ਕਿ 6635 ਜਿਹੜੀ ਭਰਤੀ ਹੈ ਜਿੰਨਾ ਪ੍ਰੋਸੈਸ ਜਿਹੜਾ ਉਹ ਚੱਲ ਰਿਹਾ ਹੈ। ਪਹਿਲੀ ਲਿਸਟ ਤਕਰੀਬਨ ਸਾਰੇ ਸਾਥੀ ਆਪਣੀ ਜਿਹੜੀ ਪਹਿਲੀ ਲਿਸਟ ਦੇ ਵਿੱਚ ਆਉਂਦੇ ਸੀਗੇ ਉਹ ਜੁਆਇਨ ਕਰ ਚੁੱਕੇ ਨੇ, ਪਰ ਉਸ ਦਾ ਹਜੇ ਤੱਕ ਆਪਾਂ ਨੂੰ ਕਲੀਅਰ ਡਾਟਾ ਜਿਹੜਾ ਹੈ ਉਹ ਸਾਥੀਓ ਨਹੀਂ ਮਿਲਿਆ। ਬਹੁਤ ਸਾਰੇ ਸਾਥੀ ਜਿਹੜੇ ਉਹ ਵੇਟ ਦੇ ਵਿੱਚ ਖੜੇ ਆ ਵੀ ਕਲੀਅਰ ਡਾਟਾ ਮਿਲੇ, ਸੋ ਸਾਨੂੰ ਪਤਾ ਚੱਲੇ ਵੀ ਅਸੀਂ ਵੇਟਿੰਗ ਦੇ ਵਿੱਚ ਕਿੱਥੇ ਖੜੇ ਆ, ਸਾਡਾ ਨੰਬਰ ਆਊਗਾ ਜਾਂ ਨਹੀਂ ਆਊਗਾ। ਬਿਲਕੁਲ ਸਾਥੀਓ ਤੁਹਾਡੀ ਗੱਲ ਸਹੀ ਹੈ, ਜਿੰਨੀ ਦੇਰ ਤੱਕ ਆਪਾਂ ਨੂੰ ਕਲੀਅਰ ਡਾਟਾ ਨਹੀਂ ਮਿਲਦਾ ਆਪਾਂ ਆਪਦਾ ਅਨੁਮਾਨ ਜਿਹੜਾ ਉਹ ਨਹੀਂ ਲਾ ਸਕਦੇ ਕਿ ਅਸੀਂ 635 ਦੇ ਵਿੱਚ ਸਾਡਾ ਨੰਬਰ ਆਊਗਾ ਜਾਂ ਨਹੀਂ ਆਊਗਾ। ਸੋ ਇਸ ਲਈ ਵੇਟਿੰਗ ਲਿਸਟਾਂ ਔਰ ਵਿਦ ਹੈਲਡ ਜਿਨ੍ਹਾਂ ਨੂੰ ਸਟੇਸ਼ਨ ਚੁਆਇਸ ਕਰਵਾ ਦਿੱਤਾ ਗਿਆ ਪਰੰਤੂ ਉਹਨਾਂ ਨੂੰ ਆਫਰ ਲੈਟਰ ਜਿਹੜੇ ਉਹ ਨਹੀਂ ਦਿੱਤੇ ਗਏ। 1.5 ਮਹੀਨਾ ਤਕਰੀਬਨ ਹੋ ਚੱਲਿਆ, ਪਹਿਲੀ ਲਿਸਟ ਜਿਹੜੀ ਹੈ ਉਹ ਕੰਪਲੀਟ ਹੋ ਚੁੱਕੀ ਹੈ, ਪਰ ਡਿਪਾਰਟਮੈਂਟ ਦੇ ਵੱਲੋਂ ਅਗਲਾ ਪ੍ਰੋਸੈਸ ਜਿਹੜਾ ਹੈ ਉਹ ਨਹੀਂ ਤੋਰਿਆ ਜਾ ਰਿਹਾ। ਸੋ ਇਸ 1.5 ਮਹੀਨੇ ਦੇ ਵਿੱਚ ਸਾਥੀਓ ਮੈਂ ਤੁਹਾਨੂੰ ਦੱਸ ਦਿਆਂ ਘੱਟੋ ਘੱਟ ਵੀ ਅਸੀਂ 15 ਤੋਂ 20 ਮੀਟਿੰਗਾਂ ਜਿਹੜੀਆਂ ਉਹ ਕਰ ਚੁੱਕੇ ਹਾਂ, ਜਿਹਦੇ ਵਿੱਚ ਇੱਕ ਸਾਡੀ ਸਿੱਖਿਆ ਮੰਤਰੀ ਸਾਹਿਬ ਦੇ ਨਾਲ ਵੀ 22 ਤਰੀਕ ਨੂੰ ਮੀਟਿੰਗ ਹੋਈ ਸੀ ਅਗਲਾ ਪ੍ਰੋਸੈਸ ਜਿਹੜਾ ਉਹ ਜਲਦੀ ਉਸ ਨੂੰ ਤੋਰਨ ਦੇ ਲਈ, ਪਰ ਹਜੇ ਜਿਉਂ ਦੀ ਤਿਉਂ ਹੀ ਪ੍ਰੋਸੈਸ ਉੱਥੇ ਦੀ ਉੱਥੇ ਹੀ ਖੜਾ ਹੈ। ਸੋ ਇਸ ਪ੍ਰੋਸੈਸ ਨੂੰ ਸੈਕਿੰਡ ਲਿਸਟਾਂ ਨੂੰ ਸਕਰੂਟਨੀ ਕਿੰਨੇ ਕੈਂਡੀਡੇਟ ਦੀ ਹੋਰ ਚਾਹੀਦੀ ਹੈ ਸਕਰੂਟਨੀ ਕਰਵਾਉਣੀ ਔਰ ਵਿਦ ਹੈਲਥ ਜਿਹੜੇ ਹੈਗੇ ਆ ਉਹਨਾਂ ਨੂੰ ਸਟੇਸ਼ਨ ਚੁਆਇਸ ਜਿਹੜੇ ਕਰਵਾ ਦਿੱਤੇ ਗਏ ਆ ਪਰ ਉਹਨਾਂ ਨੂੰ ਸਟੇਸ਼ਨ ਅਲਾਉਡ ਨਹੀਂ ਕੀਤੇ। ਸੋ ਇਸ ਲਈ ਅਸੀਂ ਪ੍ਰੋਟੈਸਟ ਜਿਹੜਾ ਇਸ ਮੰਗ ਨੂੰ ਵੀ ਲੈ ਕੇ ਅਸੀਂ ਕਰ ਰਹੇ ਹਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਹੈ ਆਫਰ ਲੈਟਰ ਦੇ ਕੇ ਸਕੂਲਾਂ ਦੇ ਵਿੱਚ ਜਿਹੜਾ ਜੁਆਇਨ ਕਰਵਾਇਆ ਜਾਵੇ, ਵੇਟਿੰਗ ਲਿਸਟ ਜਿਹੜੀ ਹੈ ਉਹ ਪਾਈ ਜਾਵੇ ਔਰ ਸਕਰੂਟਨੀ ਜਿਹੜੀ ਹੈ ਉਸ ਨੂੰ ਸ਼ੁਰੂ ਕੀਤਾ ਜਾਵੇ। ਉਸ ਤੋਂ ਅੱਗੇ ਸਾਥੀਓ ਜਿਹੜੀ ਆਪਣੀ 2364 ਦੀ ਮੰਗ ਹੈ, ਡਿਪਾਰਟਮੈਂਟ ਦੇ ਵਿੱਚ ਅਸੀਂ DGSC ਸਾਹਿਬ ਔਰ DPI ਉਹਨਾਂ ਤੋਂ ਇਹ ਕਾਫੀ ਟਾਈਮ ਦੀ ਮੰਗ ਕਰ ਰਹੇ ਹਾਂ ਕਿ ਤੁਸੀਂ ਕੋਰਟ ਦੇ ਵਿੱਚ ਐਫੀਡੇਵਿਟ ਕਿਸ ਤਰੀਕੇ ਦਾ ਜਿਹੜਾ ਦੇ ਰਹੇ ਹੋ ਜਿਹੜੀ ਭਰਤੀ ਸਾਡੀ ਜਿਹੜੀ ਹੈ ਉਹ ਬਹਾਲ ਹੋ ਸਕੇ। ਕਿਉਂਕਿ ਜੋ ਆਰਡਰ ਕੋਰਟ ਦੇ ਵੱਲੋਂ ਜੱਜ ਸਾਹਿਬ ਨੇ ਜੋ ਪੇਸ਼ ਕਰਿਆ ਹੈ ਅਥਾਰਟੀ ਦੇ, ਉਹ ਅਥਾਰਟੀ ਜਿਹੜੀ ਹੈਗੀ ਹੈ ਉਸ ਦਾ ਐਫੀਡੇਵਿਟ ਜਿਹੜਾ ਹੈ ਉਹ ਡਿਪਾਰਟਮੈਂਟ ਦੇ ਕੋਲੋਂ ਮੰਗਿਆ ਗਿਆ ਹੈ। ਸੋ ਇਸ ਕਰਕੇ ਅਸੀਂ ਮੀਟਿੰਗ ਲੈ ਕੇ ਔਰ ਹਰ ਹਾਲਤ ਦੇ ਵਿੱਚ ਸਹੀ ਜਿਹੜਾ ਐਫੀਡੇਵਿਟ ਜਿਹੜਾ ਬਣਾ ਕੇ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਪੇਸ਼ ਕੀਤਾ ਜਾਵੇ
ਕਿ 2364 ਭਰਤੀ ਸਾਡੀ ਜਿਹੜੀ ਹੈ ਉਹ ਬਹਾਲ ਹੋ ਸਕੇ, ਇਹ ਅਸੀਂ ਕਲੀਅਰ ਜਿਹੜਾ ਹੈ ਉਹ ਡਿਪਾਰਟਮੈਂਟ ਤੋਂ ਜਿਹੜਾ ਉਹ ਕਰਾਉਣਾ ਚਾਹੁੰਦੇ ਹਾਂ। ਤਾਂ ਐਫੀਡੇਵਿਟ ਜਿਹੜਾ ਹੈ 23 ਅਗਸਤ ਤੋਂ ਪਹਿਲਾਂ ਜਿਹੜਾ ਉਹ ਕੋਰਟ ਦੇ ਵਿੱਚ ਡਿਪੋਜ਼ਿਟ ਜਿਹੜਾ ਹੋਣਾ ਚਾਹੀਦਾ ਹੈ, ਔਰ ਉਸ ਦੇ ਵਿੱਚ ਕੀ ਕੁਝ ਜਿਹੜੀ ਹੈ ਡਿਪਾਰਟਮੈਂਟ ਜਿਹੜਾ ਉਹ ਲਿਖ ਕੇ ਦੇ ਰਹੀ ਹੈ ਉਸ ਬਾਰੇ ਅਸੀਂ ਕਲੀਅਰ ਕਰਨਾ ਹੈ, ਤਾਂ ਜੋ 23 ਤਰੀਕ ਦੀ ਜਿਹੜੀ ਹੀਅਰਿੰਗ ਹੈ ਉਸ ਦੇ ਵਿੱਚ ਸਾਡੀ ਭਰਤੀ ਜਿਹੜੀ ਹੈ ਉਹ ਬਹਾਲ ਹੋ ਸਕੇ ਔਰ ਸਾਡੇ ਜੁਆਇਨਿੰਗ ਲੈਟਰ ਜਿਹੜੇ ਹੈ 2364 ਵਾਲੇ ਸਾਥੀਆਂ ਨੂੰ ਉਹ ਮਿਲ ਸਕਣ। ਇਹ ਸਾਥੀਓ ਭਰਤੀ ਬਹਾਲ ਹੋ ਗਈ, ਸਮਝੋ ਉਹ ਤੁਹਾਡੇ ਜੁਆਇਨਿੰਗ ਲੈਟਰ ਹਨ, ਕਿਉਂਕਿ ਇਸ ਦਾ ਪ੍ਰੋਸੈਸ ਜਿਹੜਾ ਤਕਰੀਬਨ ਕੰਪਲੀਟ ਹੋਇਆ ਹੋਇਆ ਹੈ। ਜਿਹੜੀ ਇਸ ਦੀ ਮੈਰਿਟ ਹੈ ਉਹ ਡਾਊਨ ਜਾਊਗੀ ਔਰ ਉਹ ਮੈਰਿਟ ਜਿਹੜੀ ਹੈ ਦੁਬਾਰਾ ਲਿਸਟ ਜਿਹੜੀ ਉਹ ਤਿਆਰ ਹੋ ਕੇ ਨਾਲ ਦੀ ਨਾਲ ਤੁਹਾਨੂੰ ਜਿਹੜੇ ਹੈ ਆਫਰ ਲੈਟਰ ਜਿਹੜੇ ਹੈ ਉਹ ਮਿਲਣਗੇ। ਸੋ ਇਸ ਲਈ ਇਹ ਵੀ ਸਾਥੀਆਂ ਨੂੰ ਬੇਨਤੀ ਹੈ ਕਿ 2364 ਵਾਲੇ ਸਾਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ, ਯੂਨੀਅਨ ਦੇ ਵੱਲੋਂ ਪੂਰਾ ਐਫਰਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਇਸ ਲਈ ਆਪਾਂ 2364 ਵਾਲੇ ਸਾਥੀ ਜਿੰਨੇ ਵੀ ਹੈਗੇ ਆ ਸਾਡੇ ਜਿਹੜੇ 2364 ਦੇ ਵਿੱਚ ਸਿਲੈਕਟ ਹੈਗੇ ਆ, ਉਹਨਾਂ ਵੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਕੱਲ ਨੂੰ ਪ੍ਰੋਟੈਸਟ ਦੇ ਵਿੱਚ ਜਿਹੜਾ ਉਹ ਜ਼ਰੂਰ ਪਹੁੰਚਣ। ਉਸ ਤੋਂ ਅੱਗੇ ਸਾਥੀਓ ਗੱਲ ਹੈਗੀ ਹੈ ਓਵਰਏਜ ਵਾਲੇ ਸਾਡੇ ਸਾਥੀ। ਸੋ ਇੱਕ ਪਰਸੋਂ ਚੌਥ ਜਿਹੜੇ ਹੈ ਇੱਕ ਲੈਟਰ ਜਾਰੀ ਹੋਈ ਸੀਗੀ ਕਿ ਪੰਜਾਬ ਸਰਕਾਰ ਜਿਹੜੀ ਹੈ ਭਗਵੰਤ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਉਹਨਾਂ ਨੇ ਇੱਕ ਫੈਸਲਾ ਲਿਆ ਹੈ ਕਿ ਵਲੰਟੀਅਰ ਨੂੰ ਜਿਹੜੀ ਹੈ ਏਜ ਦੇ ਵਿੱਚ ਜਿਹੜੀ ਹੈ ਛੋਟ ਦਿੱਤੀ ਗਈ ਹੈ, ਉਹ 5994 ਦੇ ਵਿੱਚ ਜਿਹੜਾ ਅਪਲਾਈ ਜਿਹੜਾ ਉਹ ਕਰ ਸਕਦੇ ਨੇ ਅਤੇ ਉਹਨਾਂ ਨੂੰ ਓਵਰ ਏਜ ਦੇ ਵਿੱਚ ਜਿਹੜੀ ਹੈ ਉਹ ਛੋਟ ਦੇ ਦਿੱਤੀ ਗਈ ਹੈ। ਸੋ ਇੱਥੇ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ 5 ਸਾਲ ਪਹਿਲਾਂ ਕਾਂਗਰਸ ਨੇ ਲਗਾਤਾਰ ਜਿਹੜਾ ਹੈ ਉਹ ਇਹਨਾਂ ਓਵਰਏਜ ਵਾਲੇ ਸਾਥੀਆਂ ਨਾਲ ਜਿਹੜਾ ਸ਼ੋਸ਼ਣ ਕੀਤਾ। ਜਿਹੜੇ ਸਾਥੀ 2364 ਦੇ ਵਿੱਚ ਸਿਲੈਕਟ ਹੋਏ ਉਹ 6635 ਦੇ ਵਿੱਚ ਓਵਰਏਜ ਹੋ ਗਏ, ਜਿਹੜੇ 6635 ਦੇ ਵਿੱਚ ਸਿਲੈਕਟ ਹੋਏ ਉਹ ਉਹਨਾਂ ਕਿਹੜੇ ਹਜੇ ਵੇਟਿੰਗ ਦੇ ਵਿੱਚ ਬੈਠੇ ਆ, ਜਿਹੜੇ ਓਵਰਏਜ ਹੋ ਚੁੱਕੇ ਆ ਉਹਨਾਂ ਦਾ ਹਜੇ ਨੰਬਰ ਨਹੀਂ ਪਿਆ, ਪਰ ਉਹ 5994 ਜਿਹੜੀ ਭਰਤੀ ਹੋਣੀ ਹੈ ਉਸ ਦੇ ਵਿੱਚ ਓਵਰਏਜ ਹੋ ਚੁੱਕੇ ਨੇ। ਸੋ ਇਹ ਬਹੁਤ ਵੱਡਾ ਸ਼ੋਸ਼ਣ ਜਿਹੜਾ ਹੈ ਉਹ ਸਾਡੇ ਬੇਰੁਜ਼ਗਾਰ ਓਵਰਏਜ ਸਾਥੀ ਜਿਹੜੇ ਹੈਗੇ ਹੋ ਚੁੱਕੇ ਨੇ, ਉਹਨਾਂ ਦੇ ਨਾਲ ਕੀਤਾ ਜਾ ਰਿਹਾ ਹੈ। ਜਦੋਂ ਵੀ ਕੋਈ ਪ੍ਰੋਟੈਸਟ ਹੁੰਦਾ ਹੈ ਉਹਨਾਂ ਦੇ ਫੇਸ ਤੇ ਇੱਕ ਇਸ ਤਰ੍ਹਾਂ ਦਾ ਹੈਰਾਨੀਜਨਕ ਜਿਹੜਾ ਹੈ ਇੱਕ ਚਿੰਨ੍ਹ ਲੱਗਿਆ ਹੁੰਦਾ ਕਿ ਅਸੀਂ ਪ੍ਰੋਟੈਸਟ ਵਿੱਚ ਜਾਈਏ ਕਿ ਨਾ ਜਾਈਏ, ਕੀ ਅਸੀਂ ਉੱਥੇ ਅਸੀਂ ਇਸ ਭਰਤੀ ਦੇ ਵਿੱਚ ਕੰਸੀਡਰ ਹੋ ਸਕਾਂਗੇ ਕਿ ਨਹੀਂ ਹੋ ਸਕਾਂਗੇ। ਬਹੁਤ ਸਾਰੇ ਸ਼ਬਦ ਜਿਹੜੇ ਹੈ ਉਹਨਾਂ ਦੇ ਚਿਹਰੇ ਤੋਂ ਦੇਖਣ ਨੂੰ ਲੱਗਦੇ ਆ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਤਾਂ ਇਸ ਚੀਜ਼ ਬੜੀ ਮਹਿਸੂਸ ਹੁੰਦੀ ਹੈ। ਸੋ ਸਾਥੀਓ, ਜੇਕਰ ਪੰਜਾਬ ਸਰਕਾਰ ਵਲੰਟੀਅਰ ਨੂੰ ਮੌਕਾ ਦੇ ਸਕਦੀ ਹੈ, ਠੀਕ ਹੈ, ਅਸੀਂ ਮੰਨਦੇ ਹਾਂ ਕਿ ਉਹਨਾਂ ਨੂੰ ਮੌਕਾ ਏਜ ਦੇ ਵਿੱਚ ਦੇ ਦਿੱਤਾ ਗਿਆ, ਕਿਉਂਕਿ 635 ਦੇ ਵਿੱਚ ਵੀ ਹੈਗਾ ਸੀਗਾ, ਕੋਈ ਇਹ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਨੇ ਪਹਿਲੀ ਵਾਰ ਨਹੀਂ ਕਰਿਆ, ਕਿਉਂਕਿ ਕਾਂਗਰਸ ਦੇ ਟਾਈਮ ਦੇ ਵਿੱਚ ਵੀ ਇਹਨਾਂ ਨੂੰ ਮੌਕਾ ਦਿੱਤਾ ਗਿਆ ਸੀਗਾ। ਸੋ ਅਸੀਂ ਇੱਥੇ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਵਲੰਟੀਅਰ ਪਹਿਲਾਂ ਵੀ ਚਲੋ ਤਨਖਾਹ ਬਹੁਤ ਘੱਟ ਸੀ, ਚਾਹੇ ਉਹਨਾਂ ਦੀ 6000 ਸੀਗੀ ਚਾਹੇ 5000 ਸੀਗੀ, ਉਹ ਲੈ ਰਹੇ ਨੇ, ਸਕੂਲਾਂ ਦੇ ਵਿੱਚ ਕੰਮ ਕਰ ਰਹੇ ਨੇ, ਪਰ ਜਿਹੜੇ ਕੈਂਡੀਡੇਟ ਜਿਹੜੇ ਟੈਟ ਪਾਸ ਕਰਕੇ ਸੜਕਾਂ ਤੇ ਰੁਲ ਰਹੇ ਨੇ, ਜਿਹੜੇ ਓਵਰਏਜ ਹੋ ਗਏ ਨੇ ਸਰਕਾਰ ਦੀਆਂ ਨਲਾਇਕੀਆਂ ਦੇ ਕਾਰਨ, ਸਰਕਾਰ ਨੇ ਕੋਈ ਭਰਤੀ ਜਿਹੜੀ ਹੈ ਕੰਪਲੀਟ ਨਹੀਂ ਕੀਤੀ, ਉਹਨਾਂ ਦਾ ਕੀ ਕਸੂਰ ਹੈ। ਸੋ ਸਾਡੀ ਇੱਕ ਇਹ ਅਹਿਮ ਮੰਗ ਹੈ ਕਿ ਓਵਰਏਜ ਜਿਹੜੇ ਸਾਥੀ ਹੋ ਚੁੱਕੇ ਨੇ, ਜੇਕਰ ਵਲੰਟੀਅਰ ਨੂੰ ਏਜ ਦੇ ਵਿੱਚ ਛੋਟ ਮਿਲ ਸਕਦੀ ਹੈ ਤਾਂ ਸਾਡੇ ਸਾਥੀ ਜਿਹੜੇ ਹੈਗੇ ਆ ਓਵਰਏਜ ਹੋ ਚੁੱਕਿਆ ਹੈ, ਉਹਨਾਂ ਨੂੰ ਇੱਕ ਮੌਕਾ ਜਿਹੜਾ ਉਹ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਜਿਹੜੇ ਉਹ 5994 ਦੇ ਵਿੱਚ ਤੇ ਜਿਹੜੇ ਵੇਟਿੰਗ ਦੇ ਵਿੱਚ ਓਵਰਏਜ ਸਾਥੀ ਬੈਠੇ ਆ ਉਹਨਾਂ ਨੂੰ ਮੌਕਾ ਜਿਹੜਾ ਉਹ ਮਿਲ ਸਕੇ। ਸੋ ਉਸ ਤੋਂ ਅੱਗੇ ਸਾਥੀ 5994 ਦਾ ਜਿਹੜਾ ਨੋਟੀਫਿਕੇਸ਼ਨ 5994 ਦਾ ਪੋਰਟਲ ਜਿਹੜਾ ਆਪਾਂ ਓਪਨ ਜਿਹੜਾ ਉਹ ਕਰਾਉਣਾ ਹੈ। ਓਪਨ ਕਰਾਉਣ ਤੋਂ ਪਹਿਲਾਂ ਸਾਥੀਓ ਆਪਾਂ ਨੂੰ ਸਰਵਿਸ ਰੂਲ ਬਾਰੇ ਜਿਹੜਾ ਹੈ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਸਾਰੇ ਭਲੀਭਾਂਤ ਜਾਣਦੇ ਹੋ ਕਿ ਪਿਛਲੀਆਂ ਭਰਤੀਆਂ ਜਿਹੜੀਆਂ ਹੈਗੀਆਂ ਨੇ ਸਰਵਿਸ ਰੂਲਾਂ ਦੇ ਕਰਕੇ ਜਿਹੜੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਉਹ ਆਪਾਂ ਨੂੰ ਦਿੱਕਤਾਂ ਆਈਆਂ, ਚਾਹੇ ਉਹ 635 ਲਈਏ ਚਾਹੇ ਉਹ 2364 ਲਈਏ। ਸਰਵਿਸ ਰੂਲ ਸਹੀ ਹੋਣਗੇ ਤਾਂ ਆਪਣੀ ਭਰਤੀ ਜਿਹੜੀ ਹੈ ਉਸ ਦੇ ਉੱਪਰ ਕਦੇ ਵੀ ਸਟੇ ਨਹੀਂ ਹੋਊਗਾ, ਚਾਹੇ ਉਹ ਕੇਸ ਕੋਰਟ ਦੇ ਵਿੱਚ ਤਾਂ ਲੱਗਦੇ ਹੀ ਰਹਿੰਦੇ ਨੇ ਭਰਤੀਆਂ ਦੇ, ਪਰ ਜਿਹੜੇ ਸਰਵਿਸ ਰੂਲ ਸਹੀ ਹੋਣਗੇ ਉਹਨਾਂ ਦੇ ਉੱਪਰ ਕਦੇ ਵੀ ਸਟੇ ਨਹੀਂ ਹੋਊਗਾ ਤੇ ਭਰਤੀ ਜਿਹੜੀ ਹੈ ਉਹ ਜਲਦੀ ਕੰਪਲੀਟ ਹੋਊਗੀ। ਸੋ ਇਹ ਸਾਡੀ ਜਿਹੜੀ ਹੈ ਉਹ ਮੰਗ ਹੈ ਕਿ 5994 ਜਿਹੜੀ ਹੈ ਉਸ ਦੇ ਸਰਵਿਸ ਰੂਲ ਜਿਹੜੇ ਉਹ ਕਲੀਅਰ ਕੀਤੇ ਜਾਣ ਅਤੇ ਜਲਦੀ ਤੋਂ ਜਲਦੀ ਜਿਹੜਾ ਹੈ ਉਸ ਦਾ ਪੋਰਟਲ ਜਿਹੜਾ ਹੈ ਉਸ ਨੂੰ ਓਪਨ ਕਰਕੇ ਤਾਂ ਜੋ ਸਾਡੇ ਸਾਥੀ ਜਿਹੜੇ ਹੈਗੇ ਆ ਉਸ ਦੇ ਵਿੱਚ ਆਪਦੇ ਟੈਸਟ ਦੀ ਜਿਹੜੀ ਉਹ ਤਿਆਰੀ ਕਰ ਸਕਣ। ਦੂਸਰੇ ਪਾਸੇ ਜਿਹੜੇ ਹੈ ਬੀਐਡ, ਇੱਕ ਤਾਂ 4161 ਦੇ ਕਰੀਬ ਜਿਹੜੀਆਂ ਅਸਾਮੀਆਂ ਆਈਆਂ ਸੀਗੀਆਂ, ਉਹ ਟੈਸਟ ਦੀ ਜਿਹੜੀ ਹੈ ਸਬਜੈਕਟ ਵਿਸ਼ੇ ਦੀ ਜਿਹੜੀ ਉਹ ਤਿਆਰੀ ਕਰਨ ਲੱਗੇ ਹੋਏ ਨੇ, ਉਹਨਾਂ ਦਾ ਜਿਹੜਾ ਤਰੀਕ ਜਿਹੜੀ ਅਨਾਉਂਸ ਕਰ ਦਿੱਤੀ ਗਈ ਹੈ। ਪਰ ਇਸ਼ਤਿਹਾਰ ਜਦੋਂ ਦੋਨਾਂ ਭਰਤੀਆਂ ਦਾ ਇਕੱਠਾ ਆਇਆ ਸੀਗਾ ਕਾਂਗਰਸ ਦੇ ਟਾਈਮ, ਤਾਂ ਈਟੀਟੀ ਵਾਲਿਆਂ ਨਾਲ ਇੰਨਾ ਕਿਉਂ ਜਿਹੜਾ ਹੈ ਉਹ ਧੋਖਾ ਕੀਤਾ ਜਾ ਰਿਹਾ ਕਿ ਬੀਐਡ ਵਾਲਿਆਂ ਨੂੰ ਤਾਂ ਅੱਜ ਜਿਹੜੀ ਉਹਨਾਂ ਦੀ ਤਰੀਕ ਵੀ ਟੈਸਟ ਦੀ ਅਨਾਉਂਸ ਕਰ ਦਿੱਤੀ ਗਈ ਹੈ, ਪਰ ਈਟੀਟੀ ਵਾਲੇ ਸਾਥੀ ਜਿਹੜੇ ਹੈਗੇ ਆ ਉਹ ਜਿਉਂ ਦੀ ਤਿਉਂ ਵੇਟ ਕਰ ਰਹੇ ਨੇ ਕਿ ਅਸੀਂ 5994 ਦਾ ਕਦੋਂ ਪੋਰਟਲ ਖੋਲੇ ਅਤੇ ਕਦੋਂ ਅਸੀਂ ਜਾ ਕੇ ਆਪਦੀ ਤਿਆਰੀ ਕਰੀਏ। ਸੋ ਇਹ ਸਾਡੀ ਮੰਗ ਹੈ ਕਿ ਜਲਦੀ ਤੋਂ ਜਲਦੀ ਸਾਡੀ ਜਿਹੜੀ ਹੈਗੀ ਹੈ ਉਹ ਭਰਤੀ ਦਾ ਜਿਹੜਾ 5994 ਦਾ ਪੋਰਟਲ ਓਪਨ ਕੀਤਾ ਜਾਵੇ ਅਤੇ ਨਾਲ ਦੀ ਨਾਲ ਹੀ ਜਿਹੜੀ ਹੈ ਉਹ ਸਾਡੇ ਸਾਥੀ ਜਿਹੜੇ ਹੈਗੇ ਆ ਉਹ ਤਿਆਰੀ ਕਰਨ ਅਤੇ ਈਟੀਟੀ ਦੀ 5994 ਦੇ ਵਿੱਚ ਜਿਹੜਾ ਉਹ ਜੁਆਇਨ ਕਰਨ। ਸੋ ਸਾਥੀਓ, ਘਬਰਾਉਣ ਦੀ ਜ਼ਰੂਰਤ ਨਹੀਂ ਗੀ, ਇਹ ਆਪਣੀਆਂ ਜਿਹੜੀਆਂ ਅਹਿਮ ਮੰਗਾਂ ਹੈਗੀਆਂ ਨੇ, ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਆਪਾਂ ਕੱਲ ਜਿਹੜਾ ਹੈ ਉਹ 8 ਫੇਸ ਮੁਹਾਲੀ ਪ੍ਰੋਟੈਸਟ ਲਾਉਣ ਜਾ ਰਹੇ ਹਾਂ। ਸਾਥੀਓ, ਇਹ ਮੰਗਾਂ ਸੋ ਚਾਹੇ ਉਹ ਵਿਦ ਹੈਲਡ ਹੈਗੇ ਆ ਸਾਥੀ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਜੁਆਇਨ ਕਰਨਾ ਹੈ, ਔਰ ਚਾਹੇ ਵੇਟਿੰਗ ਵਾਲੇ ਹੈਗੇ ਆ, ਚਾਹੇ ਉਹ ਸਕਰੂਟਨੀ ਵਾਲੇ ਸਾਥੀ ਹੈਗੇ ਆ, ਚਾਹੇ ਆਪਣੇ 5994 ਦਾ ਪੋਰਟਲ ਓਪਨ ਕਰਾਉਣ ਵਾਲੇ ਹੈਗੇ ਆ, ਚਾਹੇ ਉਹ 2364 ਵਾਲੇ ਸਾਥੀ ਹੈਗੇ ਆ, ਚਾਹੇ ਉਹ ਓਵਰਏਜ ਵਾਲੇ ਸਾਥੀ ਹੈਗੇ ਆ, ਸਾਰੇ ਸਾਥੀਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਤਾਂ ਜੋ ਉੱਥੇ ਆਪਾਂ ਆਪਦੀ ਗਿਣਤੀ, ਆਪਦਾ ਸ਼ਕਤੀ ਪ੍ਰਦਰਸ਼ਨ ਵੀ ਜਿਹੜਾ ਉਹ ਦਿਖਾ ਸਕੀਏ, ਤਾਂ ਜੋ ਆਪਣੀਆਂ ਭਰਤੀਆਂ ਜਿਹੜੀਆਂ ਰੁਕੀਆਂ ਹੋਈਆਂ ਨੇ ਉਹਨਾਂ ਨੂੰ ਆਪਾਂ ਕੰਪਲੀਟ ਕਰਵਾ ਸਕੀਏ ਅਤੇ ਨਵੀਂ ਭਰਤੀ ਦਾ ਜਿਹੜਾ ਪੋਰਟਲ ਵੀ ਆਪਾਂ ਜਿਹੜਾ ਓਪਨ ਕਰਵਾ ਸਕੀਏ। ਵਿਦ ਹੈਲਡ ਵਾਲਿਆਂ ਨੂੰ ਆਪਾਂ ਜਲਦੀ ਜਿਹੜੇ ਉਹਨਾਂ ਦੇ ਸਟੇਸ਼ਨ ਚੁਆਇਸ ਹੋ ਚੁੱਕੇ ਨੇ ਉਹਨਾਂ ਨੂੰ ਆਪਾਂ ਸਕੂਲਾਂ ਦੇ ਵਿੱਚ ਭੇਜ ਸਕੀਏ ਔਰ ਵੇਟਿੰਗ ਲਿਸਟਾਂ ਜਿਹੜੀਆਂ ਪਵਾ ਕੇ ਅਤੇ ਉਸ ਦਾ ਪ੍ਰੋਸੈਸ ਵੀ ਜਿਹੜਾ ਉਹ ਅੱਗੇ ਆਪਾਂ ਚਲਾ ਸਕੀਏ। ਸੋ ਇਹ ਸਾਥੀਓ
ਆਪਣੀਆਂ ਜਿਹੜੀਆਂ ਮੰਗਾਂ ਸਨ ਇਹਨਾਂ ਮੰਗਾਂ ਤੇ ਜਿਹੜਾ ਹੈ ਉਹ ਆਪਾਂ ਜਿਹੜੀਆਂ ਉਹ ਫੋਕਸ ਜਿਹੜਾ ਕਰਕੇ ਜਿਹੜਾ ਉਹ ਚੱਲੇ ਹੋਏ ਆ। ਇੱਕ ਸਾਥੀ ਦਾ ਵਿੱਚ ਮੈਸੇਜ ਹੈਗਾ ਕਿ 994 +2 ਬੇਸ ਤੇ ਆਏਗੀ ਜੀ। ਦੇਖੋ ਸਾਥੀਓ, ਅਜੇ ਤੱਕ ਡਾਈਟਾਂ ਦੇ ਵਿੱਚ ਤਾਂ +2 ਬੇਸ ਤੇ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ETT। ਸੋ ਆਪਾਂ ਇਸ ਚੀਜ਼ ਨੂੰ ਕਲੀਅਰ ਕਰਨਾ ਹੈ ਕਿ ਕੱਲ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿੱਚ ਸਰਵਿਸ ਰੂਲਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਰੂਲ ਨਾ ਬਣਾਇਆ ਜਾਵੇ ਵੀ ਜਿਹਦੇ ਕਰਕੇ ਸਾਡੀ ਭਰਤੀ ਜਿਹੜੀ ਹੈ ਉਹ ਫਿਰ ਕੋਰਟ 'ਚ ਨਾ ਚਲੀ ਜਾਵੇ, ਕਿਉਂਕਿ ਅਸੀਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਭੁਗਤ ਚੁੱਕੇ ਹਾਂ। ਬਹੁਤ ਸਾਰੇ ਲੋਕ, ਬਹੁਤ ਸਾਰੇ ਸਾਥੀ ਜਿਹੜੇ ਹੈਗੇ ਆ, ਕੇਡਰ ਜਿਹੜਾ ਅਣਜਾਣ ਸੀਗਾ, ਜਿਹੜਾ ਹਜੇ ਤੱਕ ਵੀ ਸਾਨੂੰ ਕਹਿ ਰਿਹਾ ਕਿ ਤੁਸੀਂ ਇੰਨਾ ਪੈਸਾ ਲਾਤਾ, ਤੁਸੀਂ ਕੀ ਕਰਤਾ ਤੁਸੀਂ, ਪਰ ਕਈਆਂ ਨੂੰ ਹਜੇ ਤੱਕ ਇਸ ਚੀਜ਼ ਦਾ ਪਤਾ ਨਹੀਂਗਾ ਕਿ B.Ed ਜਿਹੜੀ ਹੈ ਉਹ ਆਪਣੀ ETT ਦੀ ਪੋਸਟ ਜਿਹੜੀ ਆ ਰਹੀ ਸੀਗੀ। ਸੋ ਉਸ B.Ed ਨੂੰ ਕਢਾਉਣ ਦੇ ਵਿੱਚ ਆਪਾਂ ਨੂੰ ਬਹੁਤ ਵੱਡਾ ਜਿਹੜਾ ਉਹ ਕਸ਼ਟ ਜਿਹੜਾ ਉਹ ਆਪਾਂ ਨੂੰ ਦਿਨ ਰਾਤ ਦਾ ਜਿਹੜਾ ਹੈ ਉਹ ਆਪਾਂ ਨੂੰ ਖੇਚਲ ਕਰਨੀ ਪਈ ਤੁਹਾਡੇ ਸਾਥ ਦੇ ਨਾਲ। ਪਰ ਇਹ ਸਟੇਟ ਕਮੇਟੀ ਇੱਕ ਜਾਣਦੀ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ETT ਦੀ 635 ਭਰਤੀ ਜਿਹੜੀ ਹੈ ਉਸ ਨੂੰ ਕੰਪਲੀਟ ਕਰਵਾ ਰਹੇ ਹਾਂ, ਕਿਉਂਕਿ ਅਜੇ ਵੀ ਜਿਹੜੀ ਹੈ ਉਸ ਦੀ 17 ਤਰੀਕ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ BSTC ਵਾਲੇ ਸਾਥੀ ਆਪਣੇ ਰਾਜਸਥਾਨ ਵਾਲੇ ਜਿਹੜੇ ਹੈ ਉਸ ਦਾ ਜਿਹੜਾ ਸਾਥੀਓ ਜਿਹੜਾ ਕਿ ਉਸ ਦਾ 17 ਤਰੀਕ ਦੇ ਵੱਲ ਡਿਫੈਂਡ ਜਿਹੜਾ ਉਹ ਕਰ ਰਹੇ ਨੇ। ਸੋ 17 ਤਰੀਕ ਨੂੰ ਫੈਸਲਾ ਜਿਹੜਾ ਹਰ ਹਾਲਤ ਵਿੱਚ ਆਪਣੇ ਪੱਖ ਦੇ ਵਿੱਚ ਹੀ ਆਊਗਾ। ਤਾਂ ਸਾਥੀਓ ਇੱਥੇ ਗੱਲ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਸਾਥੀ ਕਹਿੰਦੇ ਆ ਕਿ 2364 ਵਾਸਤੇ ਪ੍ਰਧਾਨ ਨੇ ਕੀ ਕੀਤਾ, ਕਿਉਂਕਿ ਦੇਖੋ ਜਦੋਂ ਆਪਣਾ ਪ੍ਰੋਟੈਸਟ ਪਟਿਆਲੇ ਦੇ ਵਿੱਚ ਚੱਲ ਰਿਹਾ ਸੀਗਾ ਤਾਂ ਬਹੁਤ ਸਾਰੇ ਸਾਥੀ ਆਪਾਂ ਨੂੰ, ਮੈਨੂੰ ਵੀ ਔਰ ਸਟੇਟ ਕਮੇਟੀ ਹੋਰ ਮੈਂਬਰਾਂ ਨੂੰ ਵੀ ਫੋਨ ਕਰਕੇ ਕਹਿ ਰਹੇ ਸੀਗੇ ਕਿ ਤੁਸੀਂ ਸਾਡੀ ਜਿਹੜੀ ਉਹ ਕਮੇਟੀ ਬਣਾ ਦਿਓ, ਅਸੀਂ ਆਦੀ 2364 ਦੀ ਜਿਹੜੀ ਉਹ ਮੰਗ ਰੱਖਦੇ ਹਾਂ। ਪਰ ਕੋਈ ਸਾਥੀਆਂ ਵੱਲੋਂ ਕੋਈ ਖਾਸ ਧਿਆਨ ਨਾ ਦੇਣ ਕਰਕੇ ਜਿਹੜੇ ਸਾਡੇ ਸਾਥੀ ਜਿਹੜੇ ਉਹ ਅਲੱਗ ਹੋ ਕੇ ਜਿਹੜਾ ਉਹ ਪ੍ਰੋਟੈਸਟ ਕਰਨਾ ਸ਼ੁਰੂ ਕਰਤਾ ਸੀਗਾ, ਜਿਹਦੇ ਵਿੱਚ B.Ed ਜਾ ਕੇ ਐਂਟਰੀ ਹੋ ਗਈ ਸੀਗੇ, ਉਹਨਾਂ ਨੇ ਆਪਦਾ ਪ੍ਰੋਟੈਸਟ ਜਿਹੜਾ ਉਹ ਅਲੱਗ ਤੌਰ ਤੇ ਜਿਹੜਾ ਸ਼ੁਰੂ ਕਰਤਾ ਸੀਗਾ। ਸੋ ਸਾਥੀਓ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਮੇਰਾ 2364 ਦੇ ਵਿੱਚ ਵੀ ਜਿਹੜਾ ਉਹ ਨੰਬਰ ਆਉਂਦਾ ਸੀਗਾ। ਜੇਕਰ ਮੈਂ 2364 ਭਰਤੀ ਨੂੰ ਛੱਡ ਕੇ ਤੁਹਾਡਾ ਸਾਥ ਦਿੱਤਾ, 635 ਆਈ ਪੂਰੀ, ਦੇਖੋ ਆਪਾਂ ਕੰਪਲੀਟ ਵੀ ਕਰਵਾ ਰਹੇ ਹਾਂ, ਉਹਦੇ ਵਿੱਚ ਕੋਈ ਸਾਥੀਆਂ ਦੇ ਕਿਉਂਕਿ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਉਹਨਾਂ ਕੋਲੋਂ ਜ਼ਿਆਦਾ ਨਹੀਂ ਪੜਿਆ ਗਿਆ, ਉਹਨਾਂ ਦੇ ਨੰਬਰ ਘੱਟ ਹੋਣ ਕਰਕੇ ਅੱਜ ਉਹ ਸਾਥੀ ਜਿਹੜੇ ਹੈ ਉਹ ਪਿੱਛੇ ਬੈਠੇ ਆ, ਉਹਨਾਂ ਦਾ ਨੰਬਰ ਹਜੇ ਤੱਕ ਨਹੀਂ ਪਿਆ। ਸੋ ਇਹ ਬੜੀ ਅਫਸੋਸ ਵਾਲੀ ਗੱਲ ਹੈ ਕਿ ਜਿਹੜੇ ਸਾਥੀ ਜਿਹੜੇ ਆ ਜ਼ਿਆਦਾ ਪ੍ਰੋਟੈਸਟ ਕਰਦੇ ਰਹਿ ਗਏ, ਉਹਨਾਂ ਕੋਲੋਂ ਤਿਆਰੀ ਨਹੀਂ ਹੋ ਸਕੀ, ਇਸ ਕਰਕੇ ਜਿਹੜੇ ਉਹ ਅੱਜ ਮੈਰਿਟ ਦੇ ਵਿੱਚ ਜਿਹੜੇ ਆ ਉਹ ਨਹੀਂ ਆ ਸਕੇ। ਪਰ ਸਾਥੀਓ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਕਹਿੰਦੇ ਸੀਗੇ 2364 ਵਾਸਤੇ ਪ੍ਰਧਾਨ ਨੇ ਕੀ ਕੀਤਾ, ਮੈਂ 2364 ਭਰਤੀ ਛੱਡੀ ਹੈ ਤੁਹਾਡੇ ਕਰਕੇ, ਕਿਉਂਕਿ 2364 ਭਰਤੀ ਦੇ ਵਿੱਚ ਆਪਣੇ ਸਾਰੇ ਸਾਥੀ ਜਿਹੜੇ ਉਹ ਨਹੀਂ ਲੱਗ ਸਕਦੇ ਸੀਗੇ। ਇਸ ਕਰਕੇ ਮੈਨੂੰ ਬਹੁਤ ਸਾਰੇ ਸਾਥੀਆਂ ਦੇ ਇਹ ਵਾਰ-ਵਾਰ ਕੰਪੈਲ ਕਰਕੇ ਕਿਹਾ ਗਿਆ ਕਿ ਦੇਖੋ ਪ੍ਰਧਾਨ ਜੀ ਤੁਸੀਂ ਪਹਿਲਾਂ ਵੀ ਕਾਫੀ ਲੰਮੇ ਸਮੇਂ ਤੋਂ ਜਿਹੜੇ ਤੁਸੀਂ ਲੀਡ ਕਰ ਰਹੇ ਹੋ, ਕਿਉਂਕਿ ਤੁਹਾਡੀ ਪ੍ਰਸ਼ਾਸਨ ਦੇ ਨਾਲ ਅਤੇ ਸਰਕਾਰ ਦੇ ਨਾਲ ਜਿਹੜਾ ਰਾਬਤਾ ਬਣਿਆ ਹੋਇਆ, ਇਸ ਕਰਕੇ ਸਾਨੂੰ ਅਗਲੀ ਭਰਤੀ ਦਾ ਜਿਹੜਾ ਨੋਟੀਫਿਕੇਸ਼ਨ ਲੈ ਕੇ ਦਿਓ। ਸੋ ਇਸ ਚੀਜ਼ ਨੂੰ ਸਮਝਦੇ ਹੋਏ ਮੈਂ 2364 ਤੱਕ, ਕਿਉਂਕਿ ਪ੍ਰੋਸੈਸ ਆਪਣਾ ਚੱਲ ਹੀ ਰਿਹਾ ਸੀਗਾ, ਕਿਉਂਕਿ ਕਿਸੇ ਨੇ ਇਹ ਨਹੀਂ ਸਮਝਿਆ ਸੀ ਕਿ ਸਾਡੀ ਭਰਤੀ ਜਿਹੜੀ ਹੈ ਉਹ ਸਟਕ ਡਾਊਨ ਹੋਊਗੀ, ਨਾ ਹੀ ਕਿਸੇ ਨੇ ਪ੍ਰੇਅਰ ਕਰੀ ਸੀ ਕਿ ਭਰਤੀ ਜਿਹੜੀ ਉਹ ਸਟਕ ਡਾਊਨ ਹੋਵੇ। ਸੋ ਇਹ ਸਾਥੀਓ ਜਿਹੜੇ ਆਪਣੀ 2364 ਭਰਤੀ ਹੈ ਉਹ ਹਜੇ ਤੱਕ ਵੀ ਇਹ ਨਾ ਕੋਈ ਸਮਝੇ ਕਿ ਸੰਘਰਸ਼ ਕਮੇਟੀ ਜਿਹੜੀ ਚੱਲੀ ਹੋਈ ਹੈ ਵੀ ਉਹੀ ਇਕੱਲਾ ਜਿਹੜੀ ਹੈਗੀ ਭਰਤੀ ਨੂੰ ਬਹਾਲ ਕਰਨ ਵਾਸਤੇ ਜਿਹੜੀ ਲੱਗੀ ਹੋਈ ਹੈ। ਸੋ ਚੰਗੀ ਗੱਲ ਹੈ, ਮੈਂ ਇਹ ਕਹਿਣਾ ਵੀ ਭਰਤੀ ਨੂੰ ਅਲੱਗ ਤੌਰ ਤੇ ਜਿਹੜੇ ਉਹ ਸੰਘਰਸ਼ ਕਮੇਟੀ ਜਿਹੜੀ ਉਹ ਕਰ ਰਹੀ ਹੈ, ਕੋਈ ਸਾਨੂੰ ਇਸ ਵਿੱਚ ਮੈਂ ਸਾਥੀਓ ਦੱਸ ਦੇਵਾਂ ਕੋਈ ਸਾਨੂੰ ਗੁੱਸੇ ਵਾਲੀ ਗੱਲ ਜਾਂ ਕਿਸ ਤਰ੍ਹਾਂ ਦੀ ਨਹੀਂ ਹੈਗੀ, ਅਸੀਂ ਤੇ ਭਰਤੀ ਬਹਾਲ ਕਰਾਉਣਾ ਚਾਹੁੰਦੇ ਹਾਂ। ਸੋ ਯੂਨੀਅਨ ਦੇ ਵੱਲੋਂ ਵੀ ਅਸੀਂ ਅੱਜ ਵੀ ਖੜੇ ਹਾਂ, ਉਹ ਭਰਤੀ ਜਿਹੜੀ ਉਹ ਅਸੀਂ ਬਹਾਲ ਜਿਹੜੀ ਉਹ ਕਰਵਾ ਰਹੇ ਹਾਂ। ਤਾਂ ਸਾਥੀਓ ਇਹ ਗੱਲ ਸੀਗੀ ਕਿ ਅਸੀਂ ਵੱਡੀ ਭਰਤੀ ਲੈਣ ਕਰਕੇ 2364 ਜਿਹੜੀ ਸੀਗੀ ਉਸ ਭਰਤੀ ਦੇ ਵਿੱਚੋਂ ਜਿਹੜਾ ਹੈ ਇੱਕ ਵਾਰੀ ਜਿਹੜਾ ਹੈ ਉਸ ਨੂੰ ਸਾਡੇ ਸਾਥੀ ਜਿਹੜੇ ਦੂਸਰੇ ਕਰ ਰਹੇ ਸੀਗੇ ਲੀਡ ਜਿਹੜੇ 2364 ਵਾਲੇ, ਕਿਉਂਕਿ ਮੈਂ ਇਹ ਸਮਝਿਆ ਸੀਗਾ ਕਿ ਸਾਡਾ ਪ੍ਰੋਟੈਸਟ 2364 ਦਾ ਜਿਹੜਾ ਉਹ ਚੱਲ ਹੀ ਰਿਹਾ ਹੈ, ਪਰ ਇੱਕ ਭਰਤੀ ਹੋਰ ਲੈ ਕੇ ਸਾਡੇ ਹੋਰ ਵੀ ਕੈਂਡੀਡੇਟ ਜਿਹੜੇ ਆ ਉਹ ਲੱਗ ਸਕਣ, ਇਸ ਕਰਕੇ ਜਿਹੜਾ ਅਸੀਂ 635 ਭਰਤੀ ਵੱਲ ਜਿਹੜਾ ਹੈ ਉਹ ਅਸੀਂ ਧਿਆਨ ਜਿਹੜਾ ਉਹ ਰੱਖਿਆ। ਫਿਰ ਉਸ ਤੋਂ ਬਾਅਦ ਜਿਹੜਾ 2364 ਦਾ ਚਾਹੇ ਅਸੀਂ ਨਵੀਂ ਭਰਤੀ ਵੱਲ ਧਿਆਨ ਰੱਖਿਆ, ਪਰ 2364 ਨੂੰ ਅਸੀਂ ਛੱਡਿਆ ਨਹੀਂ ਸੀਗਾ। 2364 ਦਾ ਵੀ ਸਾਡੇ ਕੋਲ ਜਿਉਂ ਦੀ ਤਿਉਂ ਹੀ ਅਸੀਂ ਉਹ ਹਰੇਕ ਮੀਟਿੰਗ ਦੇ ਵਿੱਚ ਜਿਹੜੀ ਉਹ ਮੰਗ ਰੱਖਦੇ ਰਹੇ ਕਿ 2364 ਭਰਤੀ ਨੂੰ ਜਲਦੀ ਜਿਹੜਾ ਉਹ ਜੁਆਇਨ ਕਰਾਇਆ ਜਾਵੇ, ਤਾਂ ਜੋ 635 ਵਾਲੇ ਜਿਹੜੇ ਆ ਲੋ ਮੈਟ ਵਾਲੇ ਵੀ ਜਿਹੜੇ ਆ ਸਾਥੀ ਸਾਡੇ ਜਿਹੜੇ ਉਹ ਲੱਗ ਸਕਣ। ਸੋ ਘਬਰਾਉਣ ਦੀ ਜ਼ਰੂਰਤ ਨਹੀਂ, 2364 ਭਰਤੀ ਬਹਾਲ ਹੋਏਗੀ। ਤਾਂ ਇਹ ਗੱਲਾਂ ਸੀਗੀਆਂ ਸਾਥੀਓ। ਬਾਕੀ ਇੱਕ ਗੱਲ ਜਿਹੜੀ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2.25 ਲੱਖ ਜਿਹੜਾ ਹੈ ਆਪਣੇ ਪ੍ਰਦੀਪ ਗੁਪਤਾ ਜੀ ਨੂੰ ਐਡਵੋਕੇਟ ਨੂੰ ਜਿਹੜਾ 2364 ਵਾਲੇ ਆਪਾਂ ਕਰੇ ਸੀਗੇ ਉਹਨਾਂ ਨੂੰ ਦਿੱਤਾ ਹੋਇਆ ਹੈ। ਬਾਕੀ ਲੱਖ ਸਵਾ ਲੱਖ ਦੇ ਕਰੀਬ ਜਿਹੜਾ ਹੈ ਉਹ ਆਪਣਾ ਪੈਸਾ ਹਜੇ ਵੀ ਜਿਹੜਾ ਪੈਂਡਿੰਗ ਪਿਆ ਹੈ ਉਹ ਅਜੇ ਐਡਵੋਕੇਟ ਸਾਹਿਬ ਨੂੰ ਆਪਾਂ ਜਿਹੜਾ ਹੈ ਉਹ ਦੇਣਾ ਹੈ। ਸੋ ਸਾਥੀਓ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਪਿਛਲੇ ਦਿਨੀ ਮੇਰੀ ਗੱਲਬਾਤ ਵੀ ਹੋਈ ਸੀਗੀ ਜਿਹੜਾ ਪ੍ਰਦੀਪ ਗੁਪਤਾ ਜੀ ਸਾਥੀ ਜਿਹੜੇ ਹੈ ਜਿਨ੍ਹਾਂ ਨੇ ਕਰਿਆ ਸੀਗਾ, ਕਿਉਂਕਿ ਅਸੀਂ ਲੀਡ ਜ਼ਰੂਰ ਕਰ ਰਹੇ ਸੀਗੇ ਉਹਨਾਂ ਸਾਥੀਆਂ ਦੇ ਨਾਲ, ਤੇ ਉਹ ਗੱਲਬਾਤ ਹੋਈ ਸੀ। ਉਹਨਾਂ ਨੇ ਮੇਰੇ ਕੋਲੋਂ ਜਿਹੜਾ ਅਮਾਊਂਟ ਜਿਹੜੀ ਆ ਲੱਖ ਸਵਾ ਲੱਖ ਜਿਹੜੀ ਉਹ ਮੰਗੀ ਸੀਗੀ ਕਿ ਅਸੀਂ ਉਹਨਾਂ ਨੂੰ ਜਿਹੜੀ ਡਿਪੋਜ਼ਿਟ ਕਰਵਾਉਣੀ ਐਡਵੋਕੇਟ ਨੂੰ। ਪਰ ਸਾਥੀਓ ਤਕਰੀਬਨ 3-4 ਮਹੀਨੇ ਹੋ ਚੱਲੇ ਆ ਲਗਾਤਾਰ ਆਪਾਂ ਜਿਹੜੀ ਹੈ ਨਿਰਮਲ ਸਿੰਘ ਜੀਰੇ ਦਾ ਜਿਹੜਾ ਯੂਨੀਅਨ ਦਾ ਅਕਾਊਂਟ ਸੀਗਾ ਉਹ ਆਪਾਂ ਬਿਲਕੁਲ ਬੰਦ ਕਰਿਆ ਹੋਇਆ, ਉਹਦੇ ਵਿੱਚ ਆਪਾਂ ਕੋਈ ਵੀ ਫੰਡ ਜਿਹੜਾ ਉਹ ਨਹੀਂ ਮੰਗ ਰਹੇ। ਸੋ ਸਾਥੀਓ ਇਸ ਕਰਕੇ ਜੋ ਰਾਜਸਥਾਨ ਵਾਲਿਆਂ ਨੇ ਵੀ ਫੰਡ ਦੀ ਮੰਗ ਕੀਤੀ ਸੀ, ਇਸ ਕਰਕੇ ਅਸੀਂ ਸਿੱਧੇ ਤੌਰ ਤੇ ਜਿਹੜਾ ਉਹ ਰਾਜਸਥਾਨ ਨੂੰ ਜਿਹੜਾ ਉਹ ਫੰਡ ਜਿਹੜਾ ਅਸੀਂ ਡਿਪੋਜ਼ਿਟ ਕਰਵਾਇਆ ਉਹਨਾਂ ਦਾ ਅਕਾਊਂਟ ਸ਼ੇਅਰ ਕਰਕੇ। ਸੋ ਦੂਸਰੇ ਪਾਸੇ ਸਾਥੀਓ ਜਦੋਂ ਸਿੰਦਰਪਾਲ ਸਾਥੀ ਵੱਲੋਂ ਕਮਾਂਡ ਜਿਹੜੀ 2364 ਦੀ ਜਿਹੜੀ ਹੈ ਉਹਨਾਂ ਨੇ 2364 ਦੇ ਵਾਸਤੇ ਸੰਘਰਸ਼ ਕਮੇਟੀ ਜਿਹੜੀ ਬਣਾਈ ਸੀਗੀ ਉਹਨਾਂ ਨੇ ਅਨਾਉਂਸ ਕਰੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਸਿੰਦਰਪਾਲ ਦੇ ਅਕਾਊਂਟ ਜਿਹੜਾ ਉਹ ਸ਼ੇਅਰ ਕਰਤਾ। ਸੋ ਇੱਥੇ ਇਹ ਗੱਲ ਸੀਗੀ ਕਿ ਜੇਕਰ ਯੂਨੀਅਨ ਦੇ ਵੱਲੋਂ ਫੰਡ ਦੁਬਾਰਾ ਜਿਹੜਾ ਡਿਪੋਜ਼ਿਟ ਕੀਤਾ ਜਾਵੇ, ਮੰਨ ਲਓ ਵੀ ਅਸੀਂ ਬੇਨਤੀ ਕਰਦੇ ਹਾਂ, ਤਾਂ ਪਰ ਕੇਡਰ ਜਿਹੜਾ ਉਹ ਦੋ ਚਿੱਤੀ ਹੋ ਜਾਂਦਾ ਹੈ। ਪਰ ਕੇਡਰ ਨੂੰ ਜਿਹੜਾ ਹੈਗਾ ਸੀਗਾ ਫੰਡ ਜਿਹੜਾ ਉਹਨਾਂ ਕੋਲ ਡਿਪੋਜ਼ਿਟ ਕਰਨਾ, ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੋ ਜਾਂਦਾ, ਕਿਉਂਕਿ ਜੇਕਰ ਯੂਨੀਅਨ ਆਪਦੇ ਵੱਲ ਖਿੱਚਦੀ ਹੈ ਵੀ ਸਾਨੂੰ ਫੰਡ ਦਿੱਤਾ ਜਾਵੇ, ਤੇ ਦੂਸਰੇ ਪਾਸੇ ਜੇਕਰ ਸੰਘਰਸ਼ ਕਮੇਟੀ ਬਣੀ ਸੀਗੀ ਉਹਨਾਂ ਨੇ ਵੀ ਆਦਾ ਅਕਾਊਂਟ ਜਿਹੜਾ ਸਿੰਦਰਪਾਲ ਦੇ ਨਾਮ ਤੇ ਸ਼ੋਅ ਕੀਤਾ ਸੀਗਾ, ਸ਼ੇਅਰ ਕਰਿਆ ਸੀਗਾ, ਤਾਂ ਜੇਕਰ ਉਹ ਵੀ ਫੰਡ ਮੰਗਦੇ ਆ ਤਾਂ 2364 ਵਾਲੇ ਸਾਰਾ ਕੇਡਰ ਜਿਹੜਾ ਉਹ ਦੋ ਚਿੱਤੀ ਹੋ ਜਾਂਦਾ ਵੀ ਅਸੀਂ ਯੂਨੀਅਨ ਨੂੰ ਫੰਡ ਦਈਏ ਜਾਂ ਸਿੰਦਰਪਾਲ ਸਾਥੀ ਨੂੰ। ਸੋ 3-4 ਮਹੀਨੇ ਹੋ ਚੱਲੇ ਆ ਨਿਰਮਲ ਦਾ ਅਕਾਊਂਟ ਜਿਹੜਾ ਉਹ ਅਸੀਂ ਬਿਲਕੁਲ ਜਿਹੜਾ ਉਹ ਬੰਦ ਕੀਤਾ ਹੈ, ਉਸ ਦੇ ਵਿੱਚ ਫੰਡ ਵੀ ਨਹੀਂ ਆ ਰਿਹਾ ਕੋਈ ਵੀ,
ਤਾਂ ਇਸ ਲਈ ਜਦੋਂ ਸੁਰਿੰਦਰਪਾਲ ਦਾ ਅਕਾਊਂਟ ਸ਼ੇਅਰ ਕੀਤਾ ਗਿਆ 2364 ਦੇ ਵਿੱਚ, ਤਾਂ ਉਸ ਤੋਂ ਬਾਅਦ ਬਿਲਕੁਲ ਹੀ ਅਸੀਂ ਜਿਹੜਾ ਹੈ ਉਹ ਫੰਡ ਇਕੱਠਾ ਕਰਨਾ ਬੰਦ ਕੀਤਾ, ਕਿਉਂਕਿ ਜੇਕਰ 2364 ਦੇ ਵਾਸਤੇ ਹੀ ਸਾਡੇ ਸਾਥੀ ਸੁਰਿੰਦਰਪਾਲ ਫੰਡ ਇਕੱਠਾ ਕਰ ਰਹੇ ਨੇ ਤਾਂ ਸਾਨੂੰ ਕੋਈ ਦਿੱਕਤ ਨਹੀਂ, ਕਿਉਂਕਿ ਉਹੀ ਫੰਡ ਜਿਹੜਾ ਹੈ ਉਹ ਅਸੀਂ ਪ੍ਰਦੀਪ ਗੁਪਤੇ ਨੂੰ ਜਿਹੜਾ ਉਹ ਦੇਣਾ ਸੀਗਾ। ਸੋ ਮੈਂ ਸਾਥੀਆਂ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ 2364 ਵਾਲੇ ਸਾਥੀ ਜਿੰਨੇ ਵੀ ਹੈਗੇ ਆ ਤੇ ਹੋਰ ਵੀ ਸਾਥੀ ਜਿੰਨੇ ਵੀ ਹੈਲਪ ਕਰਨਾ ਚਾਹੁੰਦੇ ਨੇ, ਵੱਧ ਤੋਂ ਵੱਧ ਸਾਥੀ ਜਿਹੜੇ ਹੈਗੇ ਆ ਉਹ ਸਾਡੇ ਸਾਥੀ ਜਿਹੜੇ ਹੈਗੇ ਆ ਸੁਰਿੰਦਰਪਾਲ ਦਾ ਅਕਾਊਂਟ ਜਿਹੜਾ ਸ਼ੇਅਰ ਕਰਿਆ ਹੋਇਆ ਹੈ ਉਸ ਦੇ ਵਿੱਚ ਜਿਹੜਾ ਉਹ ਡਿਪੋਜ਼ਿਟ ਕਰਾਓ, ਜਿਹੜਾ ਰਹਿੰਦੀ ਹੋਈ ਫੀਸ ਜਿਹੜੀ ਹੈ ਉਹ ਆਪਾਂ ਉਸ ਨੂੰ ਦੇ ਸਕੀਏ, ਕਿਉਂਕਿ ਸਾਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ। ਅਸੀਂ ਭਰਤੀਆਂ ਨੂੰ ਬਹਾਲ ਕਰਾਉਣਾ ਚਾਹੁੰਦੇ ਹਾਂ। ਫੰਡ ਜਿਹੜਾ ਹੈ ਉਹ ਇੱਕ ਵਾਰ ਜਿਹੜਾ ਸੁਰਿੰਦਰਪਾਲ ਦਾ ਅਕਾਊਂਟ ਜਿਹੜਾ ਸ਼ੇਅਰ ਕਰਿਆ ਹੋਇਆ 2364 ਦੇ ਲਈ, ਉਸ ਨੂੰ ਜਿਹੜਾ ਡਿਪੋਜ਼ਿਟ ਜਿਹੜਾ ਉਹ ਕਰਵਾਇਆ ਜਾਵੇ, ਤਾਂ ਜੋ ਫੰਡ ਜਿਹੜਾ ਸੁਰਿੰਦਰਪਾਲ ਸਾਥੀ ਜਿਹੜਾ ਹੈ ਉਹ 2364 ਵਾਲੇ ਜਿਹੜੇ ਐਡਵੋਕੇਟ ਕਰੇ ਹੋਏ ਆ ਪ੍ਰਤੀਕ ਗੁਪਤਾ ਜੀ, ਉਹਨਾਂ ਨੂੰ ਡਿਪੋਜ਼ਿਟ ਜਿਹੜਾ ਹੈ ਉਹ ਕਰਵਾ ਸਕਣ। ਸੋ ਇਸ ਤੋਂ ਬਾਅਦ ਜਦੋਂ ਸਾਥੀਓ ਯੂਨੀਅਨ ਦੇ ਵੱਲੋਂ ਹਜੇ ਨਵਾਂ ਅਕਾਊਂਟ ਜਿਹੜਾ ਹੈ ਉਹ ਨਹੀਂ ਖੋਲ੍ਹਿਆ ਗਿਆ, ਜਦੋਂ ਯੂਨੀਅਨ ਦੇ ਵੱਲੋਂ ਕੋਈ ਅਕਾਊਂਟ ਖੋਲ੍ਹਿਆ ਜਾਊਗਾ ਉਸ ਸਮੇਂ ਤੁਹਾਨੂੰ ਜਿਹੜਾ ਸ਼ੇਅਰ ਕਰ ਦਿੱਤਾ ਜਾਊਗਾ। ਸੋ ਹਜੇ ਫਿਲਹਾਲ ਅਕਾਊਂਟ ਜਿਹੜਾ ਨਵਾਂ ਜਿਹੜਾ ਉਹ ਨਹੀਂ ਖੋਲ੍ਹਿਆ ਗਿਆ, ਤੇ ਇਸ ਲਈ 2364 ਦੇ ਜਿਹੜੀ 1 ਲੱਖ 1.25 ਲੱਖ ਫੀਸ ਰਹਿੰਦੀ ਹੈ ਉਹ ਸੁਰਿੰਦਰਪਾਲ ਦੇ ਅਕਾਊਂਟ ਦੇ ਵਿੱਚ ਤੁਸੀਂ ਸਾਰੇ ਸਾਥੀ ਜਿਹੜੇ ਆ ਉਹ ਫੰਡ ਡਿਪੋਜ਼ਿਟ ਜਿਹੜਾ ਉਹ ਕਰਵਾਓ, ਤਾਂ ਜੋ ਜਿਹੜਾ ਉਹ ਸਾਥੀ ਜਿਹੜਾ ਸੁਰਿੰਦਰਪਾਲ ਉਹ 2364 ਬਹਾਲ ਕਰਾਉਣ ਦੇ ਲਈ ਉਹ ਜਿਹੜਾ ਵਕੀਲ ਕੋਲ ਫੰਡ ਰਹਿੰਦਾ ਹੈ ਜੇ ਬਕਾਇਆ ਉਹ ਉਹਨਾਂ ਨੂੰ ਜਿਹੜਾ ਉਹ ਦੇ ਸਕਣ। ਸੋ ਇਹ ਸਾਥੀਓ ਜਿਹੜੀ ਉਹ ਆਪਣੀਆਂ ਗੱਲਾਂ ਸਨ, ਤੁਹਾਡੇ ਨਾਲ ਜਿਹੜੇ ਵਿਚਾਰ ਜਿਹੜੇ ਉਹ ਜ਼ਰੂਰ ਕਰਨੇ ਸਾਂਝੇ ਜ਼ਰੂਰੀ ਸੀਗੇ। ਤਾਂ ਸੋ ਸਾਥੀਓ ਤੁਹਾਡੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ, ਸ਼ਾਇਦ ਤੁਹਾਨੂੰ ਹੋ ਸਕਦਾ ਹੈ ਕਿ ਵੀ ਪ੍ਰਧਾਨ ਨੇ ਸਾਨੂੰ ਕੀ ਲੈ ਕੇ ਦਿੱਤਾ, ਪਰ ਸਾਥੀਓ ਬੜਾ ਸੰਘਰਸ਼ ਲੰਬਾ ਕਰਿਆ ਹੈ ਤੇ ਇਸ ਸੰਘਰਸ਼ ਦੇ ਵਿੱਚ ਪ੍ਰਾਪਤੀਆਂ ਵੀ ਬਹੁਤ ਹੋਈਆਂ ਨੇ। ਬਹੁਤ ਸਾਰੇ ਜਿਹੜੇ ਆ ਆਪਣੇ ਰੂਲ ਬਣਾਏ ਹੋਏ ਸੀਗੇ, ਜਿਹੜੇ ਗਲਤ ਰੂਲ ਬਣਾਏ ਸੀਗੇ ਉਹਨਾਂ ਨੂੰ ਅਸੀਂ ਤੁਹਾਡੇ ਸਾਥ ਦੇ ਨਾਲ ਜਿਹੜਾ ਉਹ ETT ਦੇ ਪੱਖ ਦੇ ਵਿੱਚ ਜਿਹੜਾ ਉਹ ਰੂਲ ਜਿਹੜੇ ਉਹ ਬਣਵਾਏ ਆ। ਤੇ ਸਾਥੀਓ ਅਸੀਂ ਹਰੇਕ ਕੈਂਡੀਡੇਟ ਨੂੰ ਜਿਹੜਾ ਚਾਹੇ ਉਹ ਸਾਡੇ ਸਟੇਟ ਕਮੇਟੀ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਚੱਲ ਵੀ ਰਹੇ ਆ। ਜਿਹੜੇ ਸਾਡੇ ਸਾਥੀ ਕੁਛ ਨਿਰਾਸ਼ ਹੈਗੇ ਆ, ਮੈਂ ਉਹਨਾਂ ਨੂੰ ਸਪੈਸ਼ਲੀ ਕਾਲ ਕਰਕੇ ਜਿਹੜਾ ਹੈ ਉਹ ਕਹਿ ਰਿਹਾ ਕਿ ਕੱਲ ਦੇ ਪ੍ਰੋਟੈਸਟ ਤੇ ਸਾਡੇ ਸਾਥੀ ਜਿਹੜੇ ਉਹ ਸਾਰੇ ਜ਼ਰੂਰ ਪਹੁੰਚਣ, ਕਿਉਂਕਿ ਸ਼ੁਰੂ ਤੋਂ ਆਹ ਤੋਂ ਲੈ ਕੇ ਇਕੱਠੇ ਚੱਲੇ ਆ ਤੇ ਹੁਣ ਵੀ ਇਕੱਠੇ ਹੋ ਕੇ ਚੱਲਾਂਗੇ। ਇਹ ਭਰਤੀਆਂ ਨੂੰ ਸਾਰੀਆਂ ਨੂੰ ਜਿਹੜਾ ਉਹ ਆਪਾਂ ਕੰਪਲੀਟ ਕਰਵਾਵਾਂਗੇ। ਸੋ ਸਾਰੇ ਸਾਥੀਆਂ ਨੂੰ ਅਪੀਲ ਹੈ ਕੱਲ ਨੂੰ 11 ਵਜੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਜਿਹੜੇ ਸਾਰੇ ਸਾਥੀ ਇਕੱਤਰ ਹੋਣ। ਅੰਬ ਸਾਹਿਬ ਜਿਹੜਾ ਹੈ ਸਾਰੇ ਸਾਥੀ ਜਿਹੜੇ ਆ 11 ਵਜੇ ਤੱਕ ਸਾਰੇ ਸਾਥੀ ਪਹੁੰਚ ਸਕਣ, ਤਾਂ ਜੋ ਆਪਾਂ ਭਰਤੀਆਂ ਜਿਹੜਾ ਹੈ ਉਹਨਾਂ ਦਾ ਪ੍ਰੋਸੈਸ ਬਾਰੇ ਜਿਹੜਾ ਉਹ ਕਲੀਅਰ ਕਰ ਸਕੀਏ, ਵੇਟਿੰਗ ਵਾਲੀ ਲਿਸਟਾਂ ਜਿਹੜੀਆਂ ਪਵਾ ਸਕੀਏ, ਵਿਦ ਹੈਲਡ ਵਾਲੇ ਜੁਆਇਨ ਕਰਵਾ ਸਕੀਏ, 5994 ਦਾ ਪੋਰਟਲ ਜਿਹੜਾ ਓਪਨ ਕਰਵਾ ਸਕੀਏ, ਤੇ ਖਾਸ ਕਰਕੇ ਸਾਡੇ ਓਵਰੇਜ ਸਾਥੀ ਜਿਹੜੇ ਹੈਗੇ ਆ ਉਹਨਾਂ ਨੂੰ ਇਹਨਾਂ ਭਰਤੀਆਂ ਦੇ ਵਿੱਚ ਜਿਹੜਾ ਉਹ ਮੌਕਾ ਦਵਾ ਸਕੀਏ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਸਾਰੇ ਸਾਥੀ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤਾਂ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਕਲਿੱਪ ਵਧੀਆ ਲੱਗੀ ਹੋਊਗੀ, ਸੁਣ ਕੇ ਤੁਹਾਨੂੰ ਜਿਹੜਾ ਹੌਸਲਾ ਹੋਇਆ ਹੋਊਗਾ ਵੀ ਜਿਹੜੀ ਤੁਹਾਡੀ 2364 ਦੀ ਭਰਤੀ ਹੈ ਜਿਹੜੀ ਬਹੁਤ ਜਲਦੀ ਜਿਹੜੀ ਬਹਾਲ ਕਰਾ ਲਈ ਜਾਊਗੀ। ਤੇ ਜੇ ਆਪਾਂ 5994 ਦੀ ਗੱਲ ਕਰੀਏ ਪੋਰਟਲ ਦੀ, ਤਾਂ ਇਹ ਵੀ ਜਿਹੜਾ ਬਹੁਤ ਜਲਦੀ ਤੁਹਾਨੂੰ ਓਪਨ ਹੁੰਦਾ ਜਿਹੜਾ ਮਿਲੂਗਾ। ਤੇ ਦੇਖੋ ਜਦੋਂ ਵੀ ਕੋਈ ਅਪਡੇਟ ਆਉਂਦੀ ਤਾਂ ਆਪਾਂ ਤੁਹਾਡੇ ਲਈ ਜ਼ਰੂਰ ਲੈ ਕੇ ਆਵਾਂਗੇ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਨੂੰ ਦੱਸ ਦਈਏ ਆਪਾਂ ਜਿਹੜੀ ਤੁਹਾਡੀ 2364 ਦੀ ਮੈਰਿਟ ਹੋਊਗੀ ਤਾਂ ਉਹ ਜਿਹੜੀ ਜ਼ਰੂਰ ਡਾਊਨ ਜਾਏਗੀ। ਜਿਹੜੀ ਤੁਹਾਡੀ ਨਵੀਂ ਲਿਸਟ ਮੈਰਿਟ ਦੀ ਆਊਗੀ ਉਹ ਜਿਹੜੀ ਬਹੁਤ ਜਿਹੜੀ ਡਾਊਨ ਜਾਏਗੀ, ਤੇ ਜਦੋਂ ਵੀ ਬਹਾਲ ਹੋਊਗੀ ਸਮਝੋ ਤੁਹਾਡੀ ਜਿਹੜੀ ਜੁਆਇਨਿੰਗ ਉਸ ਨੂੰ ਜਿਹੜਾ ਤੁਸੀਂ ਜੁਆਇਨਿੰਗ ਲੈਟਰ ਸਮਝ ਲੈਣਾ। ਤਾਂ ਇਸ ਦਾ ਪ੍ਰੋਸੈਸ ਜਿਹੜਾ ਬਹੁਤ ਹੀ ਫਾਸਟ ਜਿਹੜਾ ਹੋਊਗਾ, ਕਿਉਂਕਿ ਜਿਹੜੀ ਇਹ ਭਰਤੀ ਸਭ ਤੋਂ ਲੇਟ ਜਿਹੜੀ ਹੋ ਚੁੱਕੀ ਹੈ। ਤਾਂ ਜਦੋਂ ਵੀ ਇਹ ਬਹਾਲ ਹੁੰਦੀ ਹੈ ਇਸ ਦਾ ਪ੍ਰੋਸੈਸ ਵੀ ਜਿਹੜਾ ਫਾਸਟ ਜਿਹੜਾ ਚੱਲੂਗਾ। ਤਾਂ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਤਾਂ ਲਾਈਕ ਜਿਹੜਾ ਜ਼ਰੂਰ ਕਰਿਓ ਵੀਡੀਓ ਨੂੰ, ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਵੀ ਅਪਡੇਟ ਆਉਂਦੀ ਤੁਹਾਡੇ ਤੱਕ ਜਿਹੜੀ ਸਹੀ ਪਹੁੰਚ ਸਕੇ। ਥੈਂਕ ਯੂ।